ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ, ਜੁਗੋ ਜੁਗ ਅਟਲ ਜਾਗਦੀ ਜੋਤ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖ ਧਰਮ ਦਾ ਪਹਿਲਾ ਪਵਿੱਤਰ ਧਾਰਮਿਕ ਗ੍ਰੰਥ ਹੈ ਤੇ ਸਿੱਖਾਂ ਲਈ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ 11ਵੀਂ ਜਗਦੀ ਜੋਤ ਗੁਰੂ ਸਾਹਿਬਾਨ ਹਨ, ਜਿਸ ਵਿੱਚ 1469 ਤੋਂ 1708 ਤੱਕ ਸਿੱਖ ਗੁਰੂਆਂ ਦੀ ਰਚੀ ਤੇ ਇਕੱਤਰ ਕੀਤੀ ਬਾਣੀ ਦਾ ਭਰਪੂਰ ਖਜ਼ਾਨਾ ਹੈ। ਇਹ ਸੰਸਾਰ ਦੇ ਧਾਰਮਿਕ ਇਤਿਹਾਸ ਵਿੱਚ ਪਹਿਲਾ ਪ੍ਰਮਾਣਿਕ ਧਾਰਮਿਕ ਗ੍ਰੰਥ ਹੈ, ਜਿਸ ਦੀ ਰਚਨਾ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਖੁਦ 1601 ਵਿੱਚ ਆਰੰਭ ਕਰਕੇ 1604 ਵਿੱਚ ਸੰਪੂਰਨ ਕੀਤੀ। ਇਸ ਵਿੱਚ 6 ਗੁਰੂਆਂ, ਪਹਿਲੇ 5 ਤੇ 9ਵੇਂ ਗੁਰੂ ਸਾਹਿਬਾਨ ਦੀ ਬਾਣੀ, 15 ਭਗਤਾਂ, 11 ਭੱਟਾਂ ਤੇ ਉਸ ਵੇਲੇ ਦੇ 4 ਸਿੱਖਾਂ ਦੀ ਬਾਣੀ ਦਾ ਭਰਪੂਰ ਖਜ਼ਾਨਾ ਮੌਜੂਦ ਹੈ। 7 ਸਤੰਬਰ 1604 ਈਸਵੀ ਵਿੱਚ ਸ੍ਰੀ ਹਰਮੰਦਰ ਸਾਹਿਬ ਵਿਖੇ ਇਸ ਮਹਾਨ ਗ੍ਰੰਥ ਦਾ ਪਹਿਲਾ ਪ੍ਰਕਾਸ਼ ਕੀਤਾ ਗਿਆ। ਬਾਬਾ ਬੁੱਢਾ ਸਾਹਿਬ ਜੀ ਨੂੰ ਇਸ ਦਾ ਪਹਿਲਾ ਗ੍ਰੰਥੀ ਥਾਪਿਆ ਗਿਆ। ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦੇ ਪਿੱਛੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਤੇ ਪਹਿਲੇ 4 ਗੁਰੂ ਸਾਹਿਬਾਨਾਂ ਦੀ ਬਾਣੀ ਦੀ ਸਾਂਭ ਸੰਭਾਲ ਕਰਨਾ ਕਈ ਵਰਿਆਂ ਦੀ ਘਾਲਣਾ ਸੀ। ਜਨਮ ਸਾਖੀਆਂ ਤੇ ਭਾਈ ਗੁਰਦਾਸ ਜੀ ਦੀ ਬਾਣੀ ਤੋਂ ਇਹ ਸੰਕੇਤ ਮਿਲਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਹਰ ਵਕਤ ਆਪਣੇ ਨਾਲ ਇੱਕ ਪੋਥੀ ਰੱਖਦੇ ਸਨ, ਜੋ ਉਹਨਾਂ ਆਪਣੇ ਰੱਬੀ ਕਲਾਮ ਤੇ ਹੋਰ ਸੂਫੀ ਸੰਤਾਂ ਭਗਤਾਂ ਦੀ ਬਾਣੀ ਦਾ ਸੰਗ੍ਰਹਿ ਹੀ ਹੋ ਸਕਦਾ ਹੈ। ਗੁਰੂ ਪਰੰਪਰਾ ਅਨੁਸਾਰ ਹਰ ਗੁਰੂ ਨੇ ਗੁਰਗੱਦੀ ਦੇਣ ਸਮੇਂ ਇਹ ਪੋਥੀ ਆਪਣੇ ਉਤਰਾਧਿਕਾਰੀ ਨੂੰ ਗੁਰਗੱਦੀ ਦੇ ਨਾਲ ਹੀ ਦਿੱਤੀ। ਬਾਣੀ ਨੂੰ ਇਕੱਤਰ ਕਰਨ ਦਾ ਪ੍ਰਵਾਹ ਪੰਚਮ ਪਾਤਸ਼ਾਹ ਤੱਕ ਨਿਰੰਤਰ ਚੱਲਦਾ ਰਿਹਾ। ਬਾਣੀ ਦੀ ਸੰਪਾਦਨਾ ਦਾ ਨਿਰਣਾ ਪੰਚਮ ਪਾਤਸ਼ਾਹ ਨੇ ਉਸ ਵੇਲੇ ਲਿਆ ਜਦੋਂ ਬਾਬਾ ਪ੍ਰਿਥੀ ਚੰਦ ਨੇ ਪਿੰਡ ਹੇਰੀ ਵਿੱਚ ਦਰਬਾਰ ਸਾਹਿਬ ਦੀ ਸ਼ਕਲ ਵਿੱਚ ਹਰਮੰਦਰ ਸਾਹਿਬ ਤਲਾਬ ਬਣਾ ਲਿਆ। ਪੋਥੀ ਸਾਹਿਬ ਦੇ ਟਾਕਰੇ ਵਿੱਚ ਪੋਥੀ ਰਚ ਕੇ ਪੀਰ ਪੈਗੰਬਰਾਂ ਦੀਆਂ ਵਾਰਾਂ, ਕਥਾ ਰਾਮਾਇਣ, ਮਹਾਭਾਰਤ, ਹਜ਼ਰਤ ਮੁਹੰਮਦ ਸਾਹਿਬ, ਇਮਾਮ ਹਸਨ ਹੁਸੈਨ ਦੀਆਂ ਬਾਣੀਆਂ ਪ੍ਰਚਲਿਤ ਕਰ ਦਿੱਤੀਆਂ। ਨਾਨਕ ਨਾਉ ਦੀ ਛਾਪ ਲਗਾਣੀ ਸ਼ੁਰੂ ਕਰ ਦਿੱਤੀ। ਸੂਰਦਾਸ ਦਾਦੂ ਜਸ ਕੀਨਾ, ਕਾਨ ਦਾਮ ਤੇਰੇ ਨਾਮ ਸੰਗ ਲੀਨਾ, ਨੇਤ ਨੇਤ ਕਰ ਵੇਦ ਸੁਨਾਵੇ, ਸੰਤ ਪੂਰ ਨਾਨਕ ਜਨ ਪਾਵੇ। ਪ੍ਰਿਥੀਆ ਜੋ ਸ਼ੁਰੂ ਤੋਂ ਹੀ ਗੁਰੂ ਘਰ ਦਾ ਵਿਰੋਧੀ ਰਿਹਾ ਹੈ ਤੇ ਉਸ ਦੇ ਪੁੱਤਰ ਮਿਹਰਵਾਨ ਨੇ ਗੁਰੂ ਅਰਜਨ ਦੇਵ ਜੀ ਦੇ ਮੁਕਾਬਲੇ ਤੇ ਆਪੋ ਆਪਣੀ ਰਚਨਾ ਨੂੰ ਗੁਰੂ ਸਾਹਿਬਾਨਾਂ ਦੀ ਗੁਰਬਾਣੀ ਨਾਲ ਰਲਾ ਕੇ ਸਿੱਖਾਂ ਵਿੱਚ ਪ੍ਰਚਲਿਤ ਕਰਨਾ ਸ਼ੁਰੂ ਕਰ ਦਿੱਤਾ। ਗੁਰੂ ਨਾਨਕ ਸਾਹਿਬ ਤੋਂ ਬਾਅਦ ਹਰ ਗੁਰੂ ਸਾਹਿਬਾਨ ਨੇ ਆਪਣਾ ਨਾਮ ਦੇਣ ਦੀ ਬਜਾਏ ਆਖਿਰ ਵਿੱਚ ਨਾਨਕ ਲਾਇਆ, ਜਿਸ ਦਾ ਫਾਇਦਾ ਉਠਾ ਕੇ ਪ੍ਰਿਥੀਏ ਨੇ ਬਾਣੀ ਨੂੰ ਖੰਡਨ ਕਰਨ ਦੀ ਕੋਸ਼ਿਸ਼ ਕੀਤੀ। ਹੋਰ ਵੀ ਕਈ ਭੇਖੀ ਜੋ ਸਿੱਖੀ ਦੇ ਵਿਰੋਧੀ ਸੀ, ਸਿੱਖੀ ਦੇ ਉਪਦੇਸ਼, ਅਸੂਲਾਂ, ਸਿਧਾਂਤਾਂ, ਨਿਸ਼ਚਿਆਂ ਦੇ ਆਦਰਸ਼ਾਂ ਵਿੱਚ ਹੇਰ ਫੇਰ ਕਰ ਸਕਦੇ ਸੀ। ਸੋ ਗੁਰੂ ਸਾਹਿਬ ਨੇ ਇੱਥੇ ਹੀ ਇਸ ਤੇ ਰੋਕ ਲਗਾਉਣ ਲਈ ਤੇ ਗੁਰਬਾਣੀ ਨੂੰ ਸ਼ੁੱਧ ਤੇ ਆਪਣਾ ਅਸਲੀ ਰੂਪ ਦੇਣ ਲਈ, ਜਿਸ ਵਿੱਚ ਏਕਤਾ, ਸਾਂਝੀਵਾਲਤਾ, ਉੱਚ ਨੀਚ, ਜਾਤ ਪਾਤ ਤੇ ਹੋਰ ਫਿਰਕਿਆਂ ਦਾ ਭੇਦਭਾਵ ਨਾ ਹੋਵੇ, ਚਾਰੋਂ ਗੁਰੂ ਸਾਹਿਬਾਨਾਂ, ਉਹਨਾਂ ਦੀ ਆਪਣੀ ਬਾਣੀ ਤੇ ਹੋਰ ਭਗਤਾਂ ਦੀ ਬਾਣੀ ਨੂੰ ਲਿਖਤੀ ਰੂਪ ਦੇ ਕੇ ਇੱਕ ਗ੍ਰੰਥ ਸਾਹਿਬ ਦੀ ਸਥਾਪਨਾ ਕਰਨ ਦਾ ਫੈਸਲਾ ਕਰ ਲਿਆ। ਬਾਣੀ ਨੂੰ ਇਕੱਤਰ ਕਰਨ ਦੇ ਮੁੱਖ ਸਰੋਤ ਬਾਬਾ ਮੋਰੀ ਜੀ ਦੇ ਪੁੱਤਰ ਸੰਗਰਾਮ, ਬਾਬਾ ਸੁੰਦਰ ਜੀ ਤੇ ਗੁਰੂ ਘਰ ਦੇ ਸਮਕਾਲੀ ਰਾਗੀ ਰਬਾਬੀ ਤੇ ਉਸ ਵੇਲੇ ਦੇ ਭੱਟ, ਭਗਤ, ਸੰਤ, ਸੂਫੀ ਤੇ ਫਕੀਰ ਸਨ। ਪਹਿਲੇ ਚਹੁਨਾਨ ਗੁਰੂ ਸਾਹਿਬਾਨਾਂ ਦੀ ਬਾਣੀ ਨੂੰ ਇਕੱਠਾ ਕੀਤਾ, ਫਿਰ ਆਪਣੀ ਬਾਣੀ, ਫਿਰ ਸੰਤਾਂ ਭਗਤਾਂ, ਸਿੱਖਾਂ ਤੇ ਭੱਟਾਂ ਦੀ ਬਾਣੀ ਨੂੰ ਵੀ ਗੁਰੂ ਸਾਹਿਬਾਨਾਂ ਦੀ ਬਾਣੀ ਦੇ ਬਰਾਬਰ ਥਾਂ ਦਿੱਤੀ। ਉਹ ਬਾਣੀ ਜੋ ਗੁਰੂ ਸਾਹਿਬ ਦੀ ਕਸੌਟੀ ਤੇ ਖਰੀ ਉਤਰਦੀ ਹੋਵੇ। ਦਰਜ ਕਰਨ ਲੱਗਿਆ ਕਿਸੇ ਭਗਤ ਦੀ ਕੋਈ ਜਾਤ ਪਾਤ, ਅਮੀਰੀ, ਗਰੀਬੀ, ਉੱਚ ਨੀਚ, ਕਿੱਤਾ, ਇਲਾਕਾ, ਹੱਦ, ਸਰਹੱਦ ਨੂੰ ਆਧਾਰ ਨਹੀਂ ਬਣਾਇਆ। ਕੇਵਲ ਤੇ ਕੇਵਲ ਸਾਂਝੀਵਾਲਤਾ ਤੇ ਆਦਰਸ਼ਾਂ ਨੂੰ ਮੁੱਖ ਰੱਖ ਕੇ ਅਕਾਲ ਪੁਰਖ ਤੇ ਵਿਸ਼ਵਾਸ ਰੱਖਣਾ ਮੰਨਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਭਗਤ ਬਾਬਾ ਫਰੀਦ ਜੀ, ਸੂਫੀ ਮੁਸਲਮਾਨ, ਰਵਿਦਾਸ ਜੀ, ਚਮਾਰ, ਧੰਨਾ, ਜੱਟ, ਕਬੀਰ ਜੀ, ਜੁਲਾਹਾ, ਸੈਨ, ਨਾਈ, ਨਾਮਦੇਵ, ਬਿਠਲ ਭਗਤ, ਸੂਰਦਾਸ, ਕ੍ਰਿਸ਼ਨ ਭਗਤ ਆਦਿ ਭਾਰਤ ਦੇ ਵੱਖ-ਵੱਖ ਭਾਗਾਂ, ਜਾਤਾਂ, ਧਰਮਾਂ ਦੇ ਸਨ।
ਜਿਨ੍ਹਾਂ ਦੀਆਂ ਰਚਨਾਵਾਂ ਦੇ ਵੱਖ-ਵੱਖ ਫੁੱਲਾਂ ਨਾਲ ਗੁੰਦਿਆ ਗੁਲਦਸਤਾ ਹੈ, ਜਿਸ ਵਿੱਚੋਂ ਇੱਕੋ ਇੱਕ ਅਕਾਲ ਪੁਰਖ ਪਰਮਾਤਮਾ ਦੀ ਮਹਿਕ ਆਉਂਦੀ ਹੈ, ਜੋ ਮਨੁੱਖ ਨੂੰ ਰੂਹਾਨੀ ਸਰੂਰ ਵਿੱਚ ਰੰਗ ਦਿੰਦੀ ਹੈ। ਸਭ ਭਗਤਾਂ ਨੂੰ ਗੁਰੂ ਸਾਹਿਬਾਨ ਨੇ ਬਰਾਬਰ ਸਨਮਾਨ ਦਿੱਤਾ ਹੈ। ਵੱਖਰੇਪਣ ਦੀ ਕੋਈ ਭਾਵਨਾ ਨਹੀਂ ਹੈ। ਨੀਚ ਕਹਿ ਕੇ ਦੁਰਕਾਰੇ ਲੋਕਾਂ ਦੀ ਭਾਸ਼ਾ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਗਿਆ ਹੈ, ਜੋ ਗੁਰੂ ਸਾਹਿਬਾਨਾਂ ਨਾਲ ਤੇ ਹੋਰ ਬਾਣੀ ਦੇ ਰਚਨਕਾਰਾਂ ਨਾਲ ਬਰਾਬਰ ਖਲੋਤੇ ਹਨ। ਇਨ੍ਹਾਂ ਭਗਤਾਂ ਵਿੱਚ ਕੋਈ ਹਿੰਦੂ, ਕੋਈ ਮੁਸਲਮਾਨ, ਕਿਸੇ ਦੀ ਬੋਲੀ ਬਿਰਜ ਹੈ ਤੇ ਕਿਸੇ ਦੀ ਬੋਲੀ ਤੇ ਸੰਸਕ੍ਰਿਤ ਦਾ ਅਸਰ ਹੈ, ਕਿਸੇ ਵਿੱਚ ਫਾਰਸੀ ਦਾ ਪ੍ਰਭਾਵ ਝਲਕਦਾ ਹੈ। ਇਹੀ ਕਾਰਨ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਿਲ ਬਾਣੀ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਪ੍ਰਚਲਿਤ ਬੋਲੀਆਂ, ਉਪ ਬੋਲੀਆਂ ਜਿਵੇਂ ਲਹਿੰਦੀ ਪੰਜਾਬੀ, ਬਿਰਜ ਭਾਸ਼ਾ, ਖੜੀ ਬੋਲੀ, ਸੰਸਕ੍ਰਿਤ ਅਤੇ ਫਾਰਸੀ ਦਾ ਸੰਗ੍ਰਹਿ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇਵਲ ਧੁਰ ਕੀ ਬਾਣੀ, ਅਕਾਲ ਪੁਰਖ ਦੀ ਬਾਣੀ ਦੇ ਨਾਲ-ਨਾਲ ਸੂਫੀ ਸੰਤਾਂ, ਭਗਤਾਂ ਤੇ ਭੱਟਾਂ ਦੇ ਹਿਰਦਿਆਂ ਵਿੱਚੋਂ ਨਿਕਲਿਆ ਉਸ ਅਕਾਲ ਪੁਰਖ ਲਈ ਪਿਆਰ ਤੇ ਸ਼ਰਧਾ ਦਾ ਪ੍ਰਗਟਾਵਾ ਹੈ। ਇਸ ਮਹਾਨ ਕਾਰਜ ਲਈ ਗੁਰੂ ਸਾਹਿਬ ਨੇ ਉਚੇਚਾ ਇਕਾਂਤ ਵਿੱਚ ਥਾਂ, ਜਿੱਥੇ ਜੰਡ, ਬੋਹੜ, ਅਜੀਰ ਤੇ ਪਿੱਪਲ ਦੇ ਦਰਖਤਾਂ ਦੀ ਛਾਂ ਤੇ ਹਰਿਆਵਲੀ ਸੀ, ਜਿੱਥੇ ਰਾਮਸਰ ਸਰੋਵਰ ਦੀ ਖੁਦਾਈ ਕਰਵਾਈ ਸੀ, ਉਸ ਦੇ ਕੰਢੇ ਤੇ ਸੰਮਤ 1603 ਵਿੱਚ ਭਾਈ ਗੁਰਦਾਸ ਜੀ ਤੇ ਕੁਝ ਹੋਰ ਸਿੱਖਾਂ ਦੀ ਮਦਦ ਨਾਲ ਲਿਖਾਈ ਆਰੰਭ ਕੀਤੀ। ਬਾਬਾ ਬੁੱਢਾ ਸਾਹਿਬ ਜੀ ਨੂੰ ਅੰਮ੍ਰਿਤਸਰ ਟਿਕਾਣਾ ਕਰਨ ਲਈ ਕਿਹਾ ਤਾਂ ਕਿ ਆਈਆਂ ਸੰਗਤਾਂ ਨੂੰ ਉਪਦੇਸ਼ ਦਿੰਦੇ ਰਹਿਣ। ਭਾਈ ਬੰਨੂ ਤੇ ਕੁਝ ਹੋਰ ਸਿੱਖਾਂ ਤੋਂ ਇਸ ਬੀੜ ਦੇ ਕਈ ਹੋਰ ਉਤਾਰੇ ਤਿਆਰ ਕਰਵਾਏ ਤਾਂ ਕਿ ਦੂਰ ਦੁਰਾਡੇ ਬੈਠੀਆਂ ਸੰਗਤਾਂ ਵੀ ਇਸ ਦਾ ਰਸ ਮਾਣ ਸਕਣ। ਜਿਲਦ ਦੀ ਸੇਵਾ ਲਈ ਭਾਈ ਬੰਨੋਨ ਨੂੰ ਲਾਹੌਰ ਭੇਜਿਆ। ਆਦਿ ਗ੍ਰੰਥ ਸਾਹਿਬ ਨੂੰ 4 ਹਿੱਸਿਆਂ ਵਿੱਚ ਵੰਡਿਆ ਗਿਆ। ਪਹਿਲਾ ਪ੍ਰਸਤਾਵਨਾ, ਫਿਰ ਰਾਗਾਂ ਵਿੱਚ ਬਾਣੀ, ਰਾਗਾਂ ਤੋਂ ਬਾਹਰ ਸਲੋਕ, ਸਹਸਕ੍ਰਿਤੀ, ਗਾਥਾ, ਫੁਨੇ ਚੌਬੋਲੇ, ਸਵਈਏ ਅਤੇ ਆਖਿਰ ਵਿੱਚ ਸਲੋਕ ਵਾਰਾਂ ਤੇ ਵਧੀਕ ਲਿਖੇ ਮੁੰਦਾਵਣੀ ਦੀ ਮੋਹਰ ਲਗਾ ਦਿੱਤੀ। ਬਾਣੀ ਨੂੰ 30 ਰਾਗਾਂ ਵਿੱਚ ਲਿਖੀਆਂ ਹਨ। ਇੱਕ ਰਾਗ ਜੈ ਜੈਵੰਤੀ 31ਵਾਂ ਰਾਗ ਬਾਅਦ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ ਬਣਿਆ। ਜਦੋਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮੀ ਬੀੜ ਤਿਆਰ ਕਰਵਾਈ, ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸ਼ਾਮਲ ਕਰਦਿਆਂ ਇਸ ਰਾਗ ਨੂੰ ਵੀ ਸ਼ਾਮਲ ਕੀਤਾ। ਸਿਰੀ ਰਾਗ 14 ਤੋਂ 93, ਮਾਝ ਰਾਗ 94 ਤੋਂ 150, ਗੌੜੀ ਰਾਗ 151 ਤੋਂ 346, ਆਸਾ ਰਾਗ 347 ਤੋਂ 488, ਗੂਜਰੀ ਰਾਗ 499 ਤੋਂ 526, ਦੇਵਗੰਧਾਰੀ ਰਾਗ 527 ਤੋਂ 536, ਬਿਹਾਗੜਾ ਰਾਗ 537 ਤੋਂ 556, ਵਡਹੰਸ ਰਾਗ 557 ਤੋਂ 594, ਸੋਰਠ ਰਾਗ 595 ਤੋਂ 659, ਤਨਾਸਰੀ ਰਾਗ 660 ਤੋਂ 695, ਜੈਤਸਰੀ ਰਾਗ 696 ਤੋਂ 710, ਟੋਡੀ ਰਾਗ 711 ਤੋਂ 718, ਬੈਰਾੜੀ ਰਾਗ 719 ਤੋਂ 720, ਤਿਲੰਗ ਰਾਗ 721 ਤੋਂ 727, ਸੂਹੀ ਰਾਗ 728 ਤੋਂ 794, ਬਿਲਾਵਲ ਰਾਗ 795 ਤੋਂ 858, ਗੌਂਡ ਰਾਗ 854 ਤੋਂ 875, ਰਾਮਕਲੀ ਰਾਗ 876 ਤੋਂ 974, ਨਟ ਨਾਰਾਇਣ ਰਾਗ 975 ਤੋਂ 983, ਮਾਲੇ ਗੌੜਾ ਰਾਗ 984 ਤੋਂ 988, ਮਾਰੂ ਰਾਗ 999 ਤੋਂ 1106, ਤੁਖਾਰੀ ਰਾਗ 1107 ਤੋਂ 1117, ਕੇਦਾਰ ਰਾਗ 1118 ਤੋਂ 1124, ਪੈਰੋ ਰਾਗ 1125 ਤੋਂ 1167, ਬਸੰਤੂ ਰਾਗ 1158 ਤੋਂ 1196, ਸਾਰੰਗ ਰਾਗ 1197 ਤੋਂ 1253, ਮਲਾਰ ਰਾਗ 1254 ਤੋਂ 1293, ਕਾਨੜਾ ਰਾਗ 1294 ਤੋਂ 1318, ਕਲਿਆਣ ਰਾਗ 1319 ਤੋਂ 1326, ਪ੍ਰਭਾਤੀ ਰਾਗ 1327 ਤੋਂ 1351, ਜੈਜਾਵੰਤੀ ਰਾਗ 1352 ਤੋਂ 1353, ਸਲੋਕ ਸਹਸਕ੍ਰਿਤੀ 1353 ਤੋਂ 1360, ਗਾਥਾ, ਫੁਨਹੇ ਤੇ ਚੌਬੋਲ
1360 ਤੋਂ 1364। ਸ਼ਲੋਕ ਕਬੀਰ ਜੀ 1364 ਤੋਂ 1377। ਸ਼ਲੋਕ ਫਰੀਦ ਜੀ 1377 ਤੋਂ 1384। ਸਵਈਏ 1385 ਤੋਂ 1409। ਸ਼ਲੋਕ 12 ਤੋਂ ਵਧੇਕ 1410 ਤੋਂ 1429। ਮੁੰਦਾਵਨੀ ਤੇ ਰਾਗਮਾਲਾ 1429 ਤੋਂ 1430। ਸ਼ੁਰੂਆਤ ਗੁਰੂ ਨਾਨਕ ਸਾਹਿਬ ਦੀ ਬਾਣੀ ਜਪਜੀ ਸਾਹਿਬ ਜੀ ਤੋਂ ਕੀਤੀ, ਜੋ ਉਹਨਾਂ ਨੇ ਆਪਣੀ ਹੱਥੀਂ ਲਿਖੀ। ਪਹਿਲੇ 4 ਗੁਰੂ ਸਾਹਿਬਾਨ ਦੇ ਸ਼ਬਦ, ਫਿਰ ਆਪਣੀ ਬਾਣੀ ਸਿਰਲੇਖ ਵਿੱਚ ਨਾਮ ਸਿਰਫ ਗੁਰੂ ਨਾਨਕ ਸਾਹਿਬ ਦਾ ਲਿਖਿਆ। ਉਸ ਤੋਂ ਬਾਅਦ ਗੁਰੂ ਸਾਹਿਬਾਨਾਂ ਦੀ ਸਾਰੀ ਬਾਣੀ ਮਹੱਲਾ, ਜਾਮਾ 1 2 3 4 5 ਇਸ ਤਰਤੀਬ ਨਾਲ ਛੰਦ, ਅਸ਼ਟਪਦੀਆਂ ਤੇ ਲੰਮੀਆਂ ਬਾਣੀਆਂ ਲਿਖੀਆਂ। ਫਿਰ ਭਗਤਾਂ, ਸਿੱਖਾਂ ਤੇ ਪਠਾਨ ਦੀਆਂ ਬਾਣੀਆਂ ਦਰਜ ਕੀਤੀਆਂ। ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਵਿੱਚੋਂ 22 ਰਾਗਾਂ ਵਿੱਚ ਭਗਤਾਂ ਦੀ ਬਾਣੀ ਹੈ। ਭਗਤਾਂ ਦੇ ਸਾਰੇ ਸ਼ਬਦ 349 ਹਨ ਅਤੇ ਭਗਤ ਬਾਣੀ ਵਿੱਚ 3 ਸ਼ਬਦ ਗੁਰੂ ਅਰਜਨ ਸਾਹਿਬ ਜੀ ਦੇ ਵੀ ਹਨ। ਭਗਤਾਂ ਦੀ ਬਾਣੀ ਜੋ ਇਸ ਪ੍ਰਕਾਰ ਹੈ: ਭਗਤ ਕਬੀਰ ਜੀ 224 ਸ਼ਲੋਕ, ਭਗਤ ਨਾਮਦੇਵ ਜੀ 61, ਭਗਤ ਰਵਿਦਾਸ ਜੀ 40, ਭਗਤ ਤਿਰਲੋਚਨ ਜੀ 4, ਭਗਤ ਫਰੀਦ ਜੀ 4 132, ਭਗਤ ਬੈਣੀ ਜੀ 3, ਭਗਤ ਧੰਨਾ ਜੀ 3, ਭਗਤ ਜੈਦੇਵ ਜੀ 2, ਭਗਤ ਭੀਖੰਡ ਜੀ 2, ਭਗਤ ਸੂਰਦਾਸ ਜੀ 1, ਭਗਤ ਪਰਮਾਨੰਦ ਜੀ 1, ਭਗਤ ਸੈਣ ਜੀ 1, ਭਗਤ ਪੀਪਾ ਜੀ 1, ਭਗਤ ਰਾਮਾਨੰਦ ਜੀ 1, ਭਗਤ ਸਦਨਾ ਜੀ 1, ਗੁਰੂ ਅਰਜਨ ਦੇਵ ਜੀ 3। ਫਿਰ 11 ਪੱਟਾ ਦੀ ਬਾਣੀ, ਕਲਸਹਾਰ, ਜਾਲਪ, ਕੀਰਤ, ਪਿਖੀਮਲ, ਸਲ, ਭਲ, ਨਲ, ਬਲ, ਗਯੰਦ, ਹਰਬੰਸ, ਮਥੁਰਾ। 4 ਸਿੱਖਾਂ ਦੀ ਬਾਣੀ, ਬਾਬਾ ਸੁੰਦਰ ਜੀ, ਸੱਤਾ ਤੇ ਬਲਵੰਡ, ਭਾਈ ਮਰਦਾਨਾ ਜੀ। ਸਭ ਤੋਂ ਵੱਧ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ। 5894 ਸ਼ਲੋਕਾਂ ਵਿੱਚੋਂ 2216 ਸ਼ਲੋਕ ਗੁਰੂ ਅਰਜਨ ਦੇਵ ਜੀ ਦੇ ਹਨ। ਗੁਰੂ ਅਰਜਨ ਸਾਹਿਬ ਜੀ ਵਕਤ ਇਹ ਸ਼ਲੋਕ 5762 ਸਨ। ਬਾਅਦ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਰਜ ਕੀਤੀ ਗਈ। ਬੋਲੀ ਸੁਗਮ ਤੇ ਸਰਲ ਰੱਖੀ ਗਈ ਤਾਂ ਕਿ ਹਰ ਕੋਈ ਇਸ ਨੂੰ ਪੜ੍ਹ ਕੇ ਵਿਚਾਰ ਸਕੇ। ਇਹੋ ਸੰਸਾਰ ਨੂੰ ਵਿਲਾਸੀ ਤੇ ਨਿਰਾਸੀ ਜੀਵਨ ਤੋਂ ਹਟਾ ਕੇ ਸਿੱਧੇ ਰਸਤੇ ਪਾਉਣ ਤੇ ਸੰਗਤ ਨੂੰ ਸ਼ਬਦ ਨਾਲ ਜੋੜਨ ਦਾ ਇੱਕੋ ਇੱਕ ਤਰੀਕਾ ਸੀ। ਕੋੜੀਆਂ, ਅਲਾਹੁਣੀਆਂ, ਕਰਹਲਾ, ਵਣਜਾਰਾ, ਥਿਤੀਵਾਰ, ਬਾਰਹਮਾਹ, ਸੁਚੱਜੀ, ਕੁਚੱਜੀ, ਗੁਣਵੰਤੀ, ਲਾਵਾ, ਚੌਬੋਲੇ, ਫੁੰਹੇ ਸ਼ਾਮਲ ਕਰਕੇ ਬਾਣੀ ਨੂੰ ਨਿਤ ਦੇ ਜੀਵਨ ਦਾ ਅੰਗ ਬਣਾ ਦਿੱਤਾ। ਸ਼ਬਦ ਦੀ ਗਿਣਤੀ ਦੇ ਅੰਕੜੇ ਆਪਣੇ ਹੱਥੋਂ ਪਾਏ ਤਾਂ ਕਿ ਕਿਸੇ ਥਾਂ ਤੇ ਕੋਈ ਰਲਾ ਨਾ ਪਾ ਸਕੇ। ਇਹ ਇੱਕ ਐਸਾ ਗ੍ਰੰਥ ਹੈ ਜਿਸ ਵਿੱਚ ਸਿਆਸੀ, ਆਰਥਿਕ, ਸਮਾਜਿਕ, ਧਾਰਮਿਕ, ਪਰਮਾਰਥਿਕ, ਵਿਦਿਅਕ ਤੇ ਹਰ ਇਨਸਾਨੀ ਮਸਲੇ ਦਾ ਹੱਲ ਹੈ। ਉੱਚ ਨੀਚ ਤੇ ਕਰਮ ਕਾਂਡਾਂ ਦੀ ਪਰਿਭਾਸ਼ਾ ਨੂੰ ਕੋਈ ਥਾਂ ਨਹੀਂ ਦਿੱਤੀ। ਦੇਸ਼ ਵਿਦੇਸ਼, ਹੱਦਾਂ ਸਰਹੱਦਾਂ ਤੇ ਵੱਖ-ਵੱਖ ਨਸਲਾਂ ਦੀਆਂ ਸਾਰੀਆਂ ਵਿਥਾਂ ਮਿਟਾ ਕੇ ਹਿੰਦੂ, ਮੁਸਲਮਾਨ, ਅਖੌਤੀ ਅਛੂਤਾ ਦੇ ਪਾਵਨ ਬਚਨਾਂ ਨੂੰ ਇੱਕੋ ਥਾਂ ਦਿੱਤੀ ਹੈ। ਮੇਟਕਫ ਲਿਖਦਾ ਹੈ, ਸੰਸਾਰ ਦੇ ਵੱਡੇ ਵੱਡੇ ਧਰਮਾਂ ਦੇ ਆਗੂ ਹੋਏ ਹਨ, ਉਹਨਾਂ ਵਿੱਚੋਂ ਕੋਈ ਵੀ ਆਪਣੀ ਇੱਕ ਪੰਕਤੀ ਵੀ ਲਿਖੀ ਛੱਡ ਕੇ ਨਹੀਂ ਗਿਆ। ਸਿਰਫ ਉਹਨਾਂ ਦੇ ਪ੍ਰਚਾਰ ਜਾਂ ਪ੍ਰਚਲਿਤ ਰਵਾਇਤਾਂ ਤੇ ਪਤਾ ਲੱਗਦਾ ਹੈ। ਪਰ ਸਿੱਖ ਗੁਰੂ ਸਾਹਿਬਾਨਾਂ ਦੀ ਬਾਣੀ ਹੈ ਜੋ ਉਹਨਾਂ ਦੀ ਆਪਣੀ ਹੱਥ ਲਿਖੀ ਹੈ। ਟੀਨਬੀ ਨੇ ਕਿਹਾ ਹੈ, ਜਦ ਕਦੇ ਧਰਮ ਦੀ ਮਹਾਗ੍ਰੰਥ ਦੀ ਸਭਾ ਹੋਈ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਵਾਜ਼ ਬੜੀ ਗੌਰ ਨਾਲ ਸੁਣੀ ਜਾਏਗੀ। ਰਾਧਾ ਕ੍ਰਿਸ਼ਨਾ ਕਹਿੰਦੇ ਹਨ, ਜਦ ਵੀ ਇਹ ਬਾਣੀ ਗੂੰਜੀ, ਸਾਗਰਾਂ ਦੀਆਂ ਵਿਥਾਂ ਤੇ ਪਹਾੜਾਂ ਦੀਆਂ ਰੋਕਾਂ ਇਸ ਦੇ ਅੱਗੇ ਸਭ ਮੁੱਕ ਜਾਣਗੀਆਂ। ਟਰੰਪ ਕਹਿੰਦਾ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਭਾਰਤੀ ਸਭਿਅਤਾ ਦਾ ਖਜ਼ਾਨਾ ਕਹਿੰਦੇ ਹਨ। ਇਸ ਵਿੱਚ ਪ੍ਰੀਤਮ ਦੀ ਬਿਰਹੋ ਬਬੀਰ ਦੀ ਕੂਕ, ਨਵ ਵਿਆਹੀਆਂ ਦੀਆਂ ਜੋਬਨ ਉਮੰਗਾਂ, ਰੁੱਤਾਂ ਦੀ ਰੰਗੀਲੀ ਛੈਬਰ, ਕੁਦਰਤ ਦੇ ਅਨੁਪਮ ਦਰਿਸ਼, ਭਗਤਾਂ ਦੀ ਤੜਪ, ਪਿੰਡੀ ਰਹਿਣ, ਗੁਰਦਰਸ਼ਨਾਂ ਦੀ ਝਲਕ, ਮਿਤਿਹਾਸਕ ਗਾਥਾ ਤੇ ਉਹਨਾਂ ਦੇ ਵਰਤੋਂ ਦੇ ਕਈ ਰੰਗ ਮਿਲਦੇ ਹਨ। ਮੇਟਕਾਫ ਇੱਕ ਥਾਂ ਲਿਖਦਾ ਹੈ, ਹੁਨਾਲੇ ਦੀ ਗਰਮੀ, ਸਿਆਲੇ ਦੇ ਕੱਕਰ, ਆਕਾਸ਼ ਦੀ ਜਲਾਲੀ,
ਸੁੰਦਰਤਾ, ਪਿੰਡਾਂ ਦੇ ਵਸਨੀਕਾਂ ਦੇ ਦੁੱਖ, ਸਿੱਖਾਂ ਵਿੱਚ ਗੁਰੂ ਜੀ ਨੂੰ ਕਰਤਾ ਪੁਰਖ ਦਾ ਸਨੇਹਾ ਪ੍ਰਤੱਖ ਨਜ਼ਰ ਆਉਂਦਾ ਹੈ। ਇਹ ਪਹਿਲਾ ਗ੍ਰੰਥ ਹੈ ਜਿਸ ਵਿੱਚ ਦੇਸ਼ਾਂ ਨਸਲਾਂ ਦੀਆਂ ਸਾਰੀਆਂ ਵਿਥਾਂ ਮਿਟਾ ਕੇ ਹਿੰਦੂ, ਮੁਸਲਮਾਨ, ਛੂਤ ਅਛੂਤਾ ਦੇ ਪਾਵਨ ਤੇ ਰੂਹਾਨੀ ਬਚਨਾਂ ਨੂੰ ਇੱਕੋ ਸਥਾਨ ਦਿੱਤਾ ਹੈ। ਇਹ ਸਾਰਾ ਕਾਰਜ ਅਗਸਤ 1604 ਨੂੰ ਸੰਪੂਰਨ ਹੋਇਆ। ਇਸ ਆਦ ਹੱਥ ਲਿਖਤ ਦੇ 974 ਪੱਕੇ ਪੱਤਰੇ ਹਨ। 2 ਹਫ਼ਤੇ ਭਾਈ ਬੰਨੋ ਨੂੰ ਜਿਲਦ ਲਈ ਲਾਹੌਰ ਭੇਜਿਆ ਗਿਆ। 7 ਸਤੰਬਰ 1604 ਦਾ ਦਿਨ ਪ੍ਰਕਾਸ਼ ਲਈ ਮਿਥਿਆ ਗਿਆ। ਸੰਗਤਾਂ ਨੂੰ ਹੁਕਮਨਾਮੇ ਭੇਜੇ ਗਏ। ਨਿਸ਼ਚਿਤ ਦਿਨ ਰਾਮਸਰ ਦੇ ਉਸ ਪਵਿੱਤਰ ਅਸਥਾਨ ਤੇ ਸੰਗਤਾਂ ਹੁਮਾ ਕੇ ਪਹੁੰਚੀਆਂ। ਪੋਥੀ ਦੀ ਸੇਵਾ ਸੰਭਾਲ ਦਾ ਕੰਮ ਬਾਬਾ ਬੁੱਢਾ ਜੀ ਨੂੰ ਸੌਂਪਿਆ ਗਿਆ, ਜੋ ਹਰ ਤਰ੍ਹਾਂ ਤੋਂ ਕਾਬਲ ਤੇ ਪ੍ਰੇਮ ਪਿਆਰ ਨਾਲ ਇਸ ਅਮੋਲਕ ਖਜ਼ਾਨੇ ਦੀ ਸੰਭਾਲ ਕਰਨ ਵਾਲੇ ਸੀ। ਉਹ ਗੁਰੂ ਘਰ ਦਾ ਹਿੱਸਾ ਸਨ। ਪਹਿਲੇ 4 ਗੁਰੂਆਂ ਦੇ ਦਰਸ਼ਨ ਤਾਂ ਕੀਤੇ ਹੀ ਸਨ, ਨਾਲ-ਨਾਲ ਗੁਰੂ ਘਰ ਦੀਆਂ ਅਨੇਕਾਂ ਸਮੱਸਿਆਵਾਂ ਨੂੰ ਉਹਨਾਂ ਨੇ ਬੁੱਧੀ ਤੇ ਬਲ ਨਾਲ ਨਿਪਟਾਇਆ ਸੀ। ਜਦੋਂ ਹਰਮੰਦਰ ਸਾਹਿਬ ਦੀ ਸਥਾਪਨਾ ਕੀਤੀ ਤਾਂ ਅੰਮ੍ਰਿਤਸਰ ਦੀ ਆਮ ਸਤਹ ਤੋਂ ਨੀਵਾਂ ਰੱਖਿਆ ਗਿਆ। ਜਦੋਂ ਬਾਬਾ ਬੁੱਢਾ ਜੀ ਨੇ ਸਵਾਲ ਕੀਤਾ ਕਿ ਮੰਦਰ, ਮਸਜਿਦ ਤੇ ਮਸੀਤਾਂ ਹਮੇਸ਼ਾ ਉੱਚੀ ਜਗ੍ਹਾ ਤੇ ਬਣਦੀਆਂ ਹਨ, ਤੁਸੀਂ ਇਸ ਨੂੰ ਨੀਵੇਂ ਥਾਂ ਕਿਉਂ ਰੱਖਿਆ ਹੈ, ਤਾਂ ਗੁਰੂ ਸਾਹਿਬ ਨੇ ਕਿਹਾ ਕਿ ਹਰੀ ਪਰਮਾਤਮਾ ਨੀਵਿਆਂ ਨੂੰ ਹੀ ਮਿਲਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਵਕਤ ਬਾਬਾ ਬੁੱਢਾ ਜੀ ਨੇ ਆਪਣੇ ਸੀਸ ਤੇ ਗ੍ਰੰਥ ਸਾਹਿਬ ਨੂੰ ਆਸਣ ਦਿੱਤਾ ਹੋਇਆ ਸੀ। ਗੁਰੂ ਸਾਹਿਬ ਆਪ ਚੌਰ ਚੱਲਦੇ ਨੰਗੇ ਪੈਰੀਂ ਫੁੱਲਾਂ ਦੀ ਵਰਖਾ, ਇਤਰ ਦਾ ਛਿੜਕਾਓ, ਨਗਾਰਿਆਂ ਦੀ ਆਵਾਜ਼ ਨਾਲ ਪਿੱਛੇ ਢੋਲਕੀ ਛੈਣੇ ਵਜਾਉਂਦੀਆਂ ਸੰਗਤਾਂ ਸ਼ਬਦ ਪੜ੍ਹਦੀਆਂ ਆ ਰਹੀਆਂ ਸਨ। ਹਰਮੰਦਰ ਸਾਹਿਬ ਵਿੱਚ ਰਾਗੀਆਂ ਦਾ ਕੀਰਤਨ ਉਹ ਨਜ਼ਾਰਾ ਘੜੀਆਂ ਪਲਾਂ ਨੂੰ ਚਿਤਵਦੇ ਮਨ ਵਿਸਮਾਦ ਵਿੱਚ ਚਲਾ ਜਾਂਦਾ ਹੈ। ਇਸ ਤਰ੍ਹਾਂ ਇਹ ਨਗਰ ਕੀਰਤਨ ਦੇ ਰੂਪ ਵਿੱਚ ਰਾਮਸਰ ਦੀ ਪਵਿੱਤਰ ਧਰਤੀ ਤੋਂ ਹਰਮੰਦਰ ਸਾਹਿਬ ਪੁੱਜਾ, ਜਿਹੜੀ ਰਵਾਇਤ ਅਜ ਤੱਕ ਕਾਇਮ ਹੈ। ਅਗਲੇ ਦਿਨ ਪੋਥੀ ਸਾਹਿਬ ਦੀ ਸਥਾਪਨਾ ਕੀਤੀ ਜਾਣੀ ਸੀ। ਸਵੇਰੇ ਦੀਵਾਨ ਲੱਗੇ, ਆਸਾ ਦੀ ਵਾਰ ਦਾ ਕੀਰਤਨ ਹੋਇਆ। ਭੋਗ ਤੇ ਅਰਦਾਸ ਉਪਰੰਤ ਪੋਥੀ ਸਾਹਿਬ ਦੀ ਮਹੱਤਤਾ ਨੂੰ ਸਮਝਾਇਆ ਗਿਆ, ਜੋ ਗ੍ਰਹਿਸਥ ਸੰਸਾਰ ਸਾਗਰ ਤੇ ਤਰਨ ਲਈ ਜਹਾਜ਼ ਸਮਾਨ ਹੈ। ਜੋ ਚਿੱਤ ਲਾ ਕੇ ਇਸ ਨੂੰ ਪੜ੍ਹੇਗਾ, ਸੁਣੇਗਾ ਤੇ ਵਿਚਾਰੇਗਾ, ਉਹ ਆਰਾਮ ਨਾਲ ਭਵ ਸਾਗਰ ਤੋਂ ਤਰ ਜਾਏਗਾ। ਉਹਨਾਂ ਨੇ ਫਰਮਾਇਆ, ਸਤਿਗੁਰੂ ਦਾ ਸਰੀਰ ਹਰ ਸਮੇਂ ਕੋਈ ਨਹੀਂ ਦੇਖ ਸਕਦਾ, ਨਾ ਹੀ ਸਦਾ ਰਹਿਣ ਵਾਲਾ ਹੈ। ਇਹ ਗ੍ਰੰਥ ਗੁਰੂ ਦਾ ਹਿਰਦਾ ਹੈ, ਜਿਸ ਨੂੰ ਹਰ ਵੇਲੇ ਦੇਖਿਆ ਤੇ ਪੇਖਿਆ ਜਾ ਸਕਦਾ ਹੈ। ਉਹਨਾਂ ਨੇ ਇਹ ਵੀ ਹਿਦਾਇਤ ਦਿੱਤੀ ਕਿ ਇਸ ਦਾ ਕੋਈ ਅੱਖਰ ਲਗ ਮਾਤਰ ਵੱਧ ਘੱਟ ਕਰਨ ਦੀ ਜ਼ਰੂਰਤ ਨਾ ਕਰੇ। ਆਪ ਤੇ ਘਾਟ ਨਾ ਬਾਦ ਕਰੇ, ਜੋ ਕਰੇ ਹੋਏ ਮੂਰਖ ਸੋ ਪਛਤਾਈ। ਹਰ ਸਮੇਂ ਖੁਸ਼ੀ ਗਮੀ ਵਿੱਚ ਇਸ ਦਾ ਸਹਾਰਾ ਲੈਣ ਦੀ ਹਿਦਾਇਤ ਦਿੱਤੀ ਗਈ।